ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ ਬਿਲਡਿੰਗ ਬ੍ਰਿਜਸ ਥਰੂ ਡਾਇਲੌਗ। ਵਿਜ਼ਨ ਟੀਵੀ ਦੇ ਉੱਤੇ ਹਰ ਸੈਟਰਡੇ ਨੂੰ 1 ਤੋਂ ਲੈ ਕੇ 1:30 ਵਜੇ ਪੈਸੀਫਿਕ ਸਟੈਂਡਰਡ ਟਾਈਮ ਦੇ ਮੁਤਾਬਿਕ ਤੁਹਾਡੇ ਨਾਲ ਕੋਈ ਨਾ ਕੋਈ ਅਹਿਮ ਮੁੱਦੇ ਉੱਤੇ ਸਾਂਝ ਪਾਉਂਦੇ ਹਾਂ। ਉਸ ਤੋਂ ਇਲਾਵਾ ਜੋਏ ਟੀਵੀ ਦੇ ਉੱਤੇ ਹਰ ਰੋਜ਼ ਤੁਹਾਡਾ ਮੇਰਾ ਸਾਥ ਹੁੰਦਾ ਹੈ ਅਤੇ ਇਸ ਪ੍ਰੋਗਰਾਮ ਦਾ ਮਕਸਦ ਇਹੀ ਹੁੰਦਾ ਹੈ ਕਿ ਕੋਈ ਨਾ ਕੋਈ ਐਸਾ ਮੁੱਦਾ ਲੈ ਕੇ ਆਈਏ ਜਿਸ ਦੇ ਬਾਰੇ ਚਰਚਾ ਰਾਹੀਂ ਕੁਝ ਸਿੱਖ ਸਕੀਏ। ਅੱਜ ਦਾ ਵਿਸ਼ਾ ਜਿਸ ਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ ਉਸ ਦੇ ਵਿੱਚ ਮੇਰੇ ਨਾਲ ਦੋ ਬਹੁਤ ਹੀ ਅਹਿਮੀਅਤ ਰੱਖਦੇ ਹੋਏ ਮਹਿਮਾਨ ਸਾਡੇ ਕੋਲ ਆਏ ਹੋਏ ਨੇ। ਉਹ ਹਨ ਹੈਰੀ ਬਵੇਜਾ ਜੀ ਜਿਹੜੇ ਕਿ ਇੱਕ ਫਿਲਮ ਨਿਰਮਾਤਾ ਹਨ ਅਤੇ ਨਾਲ ਬਲਦੇਵ ਗਿੱਲ ਜੀ ਜਿਹੜੇ ਕਿ ਇੱਕ ਨਾਮਵਰ ਰਾਈਟਰ ਹਨ। ਪੰਜਾਬੀ ਫਿਲਮਸ ਦੀ ਜਦ ਅਸੀਂ ਗੱਲ ਕਰ ਰਹੇ ਹਾਂ ਤਾਂ ਅੱਜ ਪੰਜਾਬੀ ਫਿਲਮਸ ਵਿੱਚ ਇੱਕ ਵੱਖਰਾ ਮੋੜ ਜੋ ਹੈ ਉਹ ਵੇਖਣ ਨੂੰ ਮਿਲ ਰਿਹਾ ਹੈ। ਪਰ ਇਸ ਨਾਲ ਕੀ ਜੋ ਸਹੀ ਦਿਸ਼ਾ ਵਾਲੇ ਪਾਸੇ ਅਸੀਂ ਜਾਣਾ ਸੀ ਕਿ ਇਹ ਫਿਲਮਾਂ ਕਮਿਊਨਿਟੀ ਨੂੰ ਜਿੱਥੇ ਐਂਟਰਟੇਨ ਕਰਦੀਆਂ ਨੇ ਕਿ ਕੋਈ ਸੇਧ ਵੀ ਦੇ ਸਕਣ ਵਿੱਚ ਕਾਮਯਾਬ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ, ਇਸ ਸੰਬੰਧ ਵਿੱਚ ਆਓ ਗੱਲਬਾਤ ਕਰਦੇ ਹਾਂ ਆਏ ਹੋਏ ਮਹਿਮਾਨਾਂ ਨਾਲ। ਜੈ ਅਨੂ ਜੀ, ਵੈਲਕਮ ਟੂ ਦ ਪ੍ਰੋਗਰਾਮ। ਥੈਂਕ ਯੂ। ਸੋ ਹੈਰੀ ਜੀ, ਤੁਹਾਡੇ ਤੋਂ ਸ਼ੁਰੂ ਕਰਦੇ ਹਾਂ। ਤੁਸੀਂ ਤਾਂ ਬੜੇ ਲੰਮੇ ਸਮੇਂ ਤੋਂ ਐਜ਼ ਅ ਡਾਇਰੈਕਟਰ ਅਤੇ ਪ੍ਰੋਡਿਊਸਰ ਬੰਬੇ ਵਿੱਚ ਜਾ ਕੇ ਹਿੰਦੀ ਫਿਲਮਸ ਨੂੰ ਤੁਸੀਂ ਨਿਰਮਾਤਾ ਉਹਦੀ ਕਰਦੇ ਰਹੇ ਹੋ। ਪੰਜਾਬੀ ਫਿਲਮਸ ਦੀ ਜਦ ਅਸੀਂ ਗੱਲ ਕਰਦੇ ਹਾਂ ਉਸ ਨੂੰ ਤੁਸੀਂ ਕਿਸ ਨਜ਼ਰੀਏ ਤੋਂ ਦੇਖਦੇ ਹੋ? ਥੋੜ੍ਹਾ ਜਿਹਾ ਪਿਛੋਕੜ ਦੀ ਗੱਲ ਕਰੀਏ ਤੇ ਅੱਜ ਦੀ ਗੱਲ ਕਰੀਏ। ਮੈਨੂੰ ਯਾਦ ਹੈ ਜੀ, ਪਹਿਲੇ ਜ਼ਮਾਨੇ 'ਚ ਨਾ ਜਿੱਦਾਂ ਪਾਕਿਸਤਾਨ 'ਚੋਂ ਰੇਡੀਓ ਲਾਉਂਦੇ ਹੁੰਦੇ ਸੀ ਨਾ ਸੀ ਤੇ ਲਾਹੌਰ ਲੱਗ ਜਾਂਦਾ ਸੀਗਾ ਤਾਂ ਉੱਥੇ ਐਡ ਆਉਂਦੀ ਸੀ ਉਹ ਜੱਟ ਦਾ ਗੰਡਾਸਾ ਤੇ ਰਾਇਲਟੀ ਲక్ష్ਮੀ ਆਲ ਸਿਨੇਮੇ ਲੱਗੀ ਹੋਈ ਆ, ਬੜੇ ਜ਼ੋਰ ਨਾਲ ਕਹਿੰਦੇ ਸੀਗੇ। ਤੇ ਉਹ ਟਾਈਮ ਸੀਗਾ ਜਦੋਂ ਪੰਜਾਬੀ ਫਿਲਮਾਂ ਵੀ ਬੇਸਿਕਲੀ ਇੱਕ ਟੋਟਲ ਵਿਲੇਜ ਆਡੀਅנס ਵਾਸਤੇ ਬਣੀਆਂ ਸੀਗੀਆਂ ਆਪਣੇ ਇੱਥੇ ਵੀ। ਫਿਰ ਦੌਰ ਥੋੜੀ ਹਲੇ ਉਹ ਮਤਲਬ ਕਿ ਦ ਕੁਆਲਿਟੀ ਐਂਡ ਦੀ ਹੋਲ ਫੋਕਸ ਵਾਸ ਓਨਲੀ ਔਨ ਦੈਟ ਆਡੀਅנס ਬਿਕੋਜ਼ ਬਾਕੀ ਜਿਹੜਾ ਆਡੀਅנס ਸ਼ਹਿਰੀ ਸੀਗਾ ਉਹ ਹਿੰਦੀ ਫਿਲਮ ਦੇਖਦਾ ਸੀਗਾ। ਫਿਰ ਹੌਲੇ ਉਹਦਾ ਟ੍ਰੈਂਡ ਚੇਂਜ ਹੋਇਆ ਤੇ ਫਿਲਮਾਂ ਘੱਟ ਬਣਨ ਲੱਗ ਪਈਆਂ ਬਿਕੋਜ਼ ਉਹ ਇੰਟਰਸਟ ਰਿਹਾ ਨਹੀਂ ਸ਼ਾਇਦ। ਦ ਹੋਲ ਥਿੰਗ ਫਿਜ਼ਲਡ ਆਊਟ ਐਂਡ ਦੈਨ ਕੇਮ ਦੀ NRI ਐਂਗਲ ਕਿ ਜਿਹੜੀ ਫਿਲਮ ਬਣਾਓ ਉਹਦੇ 'ਚ ਬਿਕੋਜ਼ ਦੇयर ਵਾਸ ਅ ਹਿਊਜ ਓਵਰਸੀਜ਼ ਆਡੀਅנס ਦੇ ਵਾਂਟ ਟੂ ਟੈਪ ਐਂਡ ਦੀ theory that everybody wanted to go overseas, Punjab ji मैं Canada जाना जी, मैं Canada जाना, so वो चक्कर शुरू हो गया and the NRI angle started. Then there was some good quality film that came in and I think even that has probably now got overdose ho gayi hai. Now came a stage when now what next? I think now they got the right pulse ki jehdi ek youth audience hai Punjab di ਉਹਨੇ ਹੁਣ ਪੰਜਾਬੀ ਫਿਲਮਾਂ ਨੂੰ ਆਈਡੈਂਟੀਫਾਈ ਕਰਨਾ ਸ਼ੁਰੂ ਕਰਤਾ ਬਿਕੋਜ਼ ਜਿਹੜੀਆਂ ਹੁਣ ਫਿਲਮਾਂ ਬਣ ਰਹੀਆਂ ਨੇ ਦੇ ਕੈਨ ਆਈਡੈਂਟੀਫਾਈ ਵਿਦ ਦੋਸ ਫਿਲਮ ਵਿਦ ਦੋਸ ਕੈਰੈਕਟਰਸ ਬਿਕੋਜ਼ ਦੇ ਫੀਲ ਦੈਟ ਇਟਸ ਅਸ ਬਿਕੋਜ਼ ਫਿਲਮ ਤਾਂ ਹੀ ਚੱਲਦੀ ਹੈ ਜੇ ਆਪਣੇ ਨੂੰ ਮੈਂ ਉਸ ਫਿਲਮ ਨੂੰ ਆਈਡੈਂਟੀਫਾਈ ਕਰ ਸਕਾਂ। ਸੋ ਆਈ ਥਿੰਕ ਨਾਓ ਯੈਸ ਦੀ ਫੋਕਸ ਐਜ਼ ਯੂ ਸੈਡ ਕਿ ਜ਼ਿਆਦਾ ਐਂਟਰਟੇਨਮੈਂਟ ਵਾਲਾ ਹੈ ਐਂਡ ਬਟ ਦੈਨ ਆਈ ਥਿੰਕ the crux of making a film for the producer is to make the money also. So he has to put in entertainment, but I think great writers like him will always put in a line which sends a social message. And ਇਹਦੇ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ। ਬਲਦੇਵ ਜੀ, ਤੁਹਾਡਾ ਜੋ ਐਜ਼ ਅ ਰਾਈਟਰ ਤੁਸੀਂ ਬਹੁਤ ਸਾਰੀ ਫਿਲਮਾਂ ਵਿੱਚ ਲਿਖਿਆ, ਨਾਲ ਹੀ ਚੰਨ ਪਰਦੇਸੀ ਦੀ ਜਦ ਅਸੀਂ ਗੱਲ ਕਰਨੇ ਆ ਉਹ ਵੀ ਤੁਸੀਂ ਫਿਲਮ ਲੈ ਕੇ ਆਏ ਜਿਸ ਨੇ ਕਿ ਇੱਕ ਵੱਖਰਾ ਛਾਪ ਛੱਡਿਆ ਸੀ ਪੰਜਾਬੀ ਸਿਨੇਮੇ ਦੇ ਵਿੱਚ। ਸੋ ਜਿਸ ਤਰ੍ਹਾਂ ਬਵੇਜਾ ਜੀ ਨੇ ਗੱਲ ਕੀਤੀ, ਤੁਸੀਂ ਕੀ ਸਮਝਦੇ ਹੋ ਪੰਜਾਬੀ ਫਿਲਮ ਦੀ ਕਿੱਥੇ ਅਸੀਂ ਅੱਜ ਖਲੋਤੇ ਹਾਂ ਤੇ ਕਿੱਥੇ ਅਸੀਂ ਤੇ ਕਿੱਥੇ ਆਏ ਹਾਂ? ਦੇਖੋ ਜੀ, ਚੇਂਜ ਇਜ਼ ਅ ਪਰਮਾਨੈਂਟ ਥਿੰਗ। ਪਹਿਲੀ ਗੱਲ ਹੈ ਕਿ ਚੇਂਜ ਤਾਂ ਹਮੇਸ਼ਾ ਸਿਨੇਮਾ ਹੁੰਦਾ ਆਇਆ ਜੀ। ਤੇ ਜਦੋਂ ਅਸੀਂ ਆਏ ਸੀ, ਜਦੋਂ ਅਸੀਂ ਫਿਲਮ ਚੰਨ ਪ੍ਰਦੇਸ਼ ਸਟਾਰਟ ਕੀਤੀ, ਸਾਨੂੰ ਵੀ ਬੜਾ ਡਰਾਇਆ ਗਿਆ ਸੀਗਾ ਲੋ ਜੀ ਇਸ ਫਿਲਮ ਨੂੰ ਤਾਂ ਨੈਸ਼ਨਲ ਅਵਾਰਡ ਮਿਲ ਗਿਆ, ਇਹ ਤਾਂ ਚੱਲੇਗੀ ਨਹੀਂ ਹੈ ਜੀ। ਕਿ ਔਰ ਜਦੋਂ ਅਸੀਂ ਸ਼ੋਅ ਕਰਦੇ ਵੀ ਹੁੰਦੇ ਸੀਗੇ ਤਾਂ ਸਾਰੇ ਕਹਿੰਦੇ ਯਾਰ ਇਹ ਤੁਸੀਂ ਕੀ ਬਣਾਇਆ ਵਾ, ਕਿਉਂਕਿ ਚੇਂਜ ਆ ਰਹੀ ਸੀ ਸਿਨੇਮੇ ਵਿੱਚ, ਚੇਂਜ ਆ ਰਹੀ ਸੀ। ਜਿਹੜਾ ਪਹਿਲਾਂ ਬਲੈਕ ਐਂਡ ਵਾਈਟ ਤੋਂ ਫਿਰ ਚੰਨ ਪ੍ਰਦੇਸੀ ਦੇ ਵਿੱਚ ਬਹੁਤ ਜ਼ਿਆਦਾ ਖਾਸ ਤਰ੍ਹਾਂ ਦੀ ਚੇਂਜ ਆ ਰਹੀ ਸੀ। ਜਿਹੜੀ ਚੇਂਜ ਜਦੋਂ ਅਸੀਂ ਦਿਖਾਉਂਦੇ ਸੀਗੇ ਲੋਕਾਂ ਨੂੰ ਤਾਂ ਐਕਸੈਪਟ ਨਹੀਂ ਸੀ ਹੁੰਦੇ। ਯਾਰ ਮੈਨੂੰ ਤਾਂ ਯਾਦ ਹੈ ਇੱਕ ਵਾਰੀ ਮੈਂ ਉੱਥੇ ਕੀਤਾ ਜੀ, ਸ਼ੋਅ ਕੀਤਾ ਆਪਣੇ ਬੰਬੇ, ਇਟਸ ਅ ਵੈਰੀ ਹੈਵੀ ਫਿਲਮ ਯਾਰ, ਲੋਕੀ ਕਿਵੇਂ ਦੇਖਣਗੇ ਯਾਰ। ਤੇ ਮੈਂ ਅਸੀਂ ਵੀ ਨਵੇਂ ਸੀ, ਮੈਂ ਯੋਗਰਾਜ ਚੀਮਾ ਸੀ, ਸਾਰੇ ਡਰ ਗਏ ਸੀ ਕਿ ਯਾਰ ਕੋਈ ਗੜਬੜ ਤਾਂ ਨਹੀਂ ਫਿਲਮ ਦੇ ਵਿੱਚ। ਤੇ ਪਰ ਜਦੋਂ ਥੀਏਟਰ ਦੇ ਵਿੱਚ ਫਿਲਮ ਲੱਗੀ ਤੇ ਫਿਲਮ ਚੱਲੀ, ਬਿਲੀਵ ਕਰੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਲੋਕੀ ਹੱਸਦੇ ਰਹੇ। ਔਰ ਮੈਂ ਇਹ ਲੱਭਾਂ ਵੀ ਹੈਵੀ ਕਿੱਥੇ ਆ ਇਹ, ਠੀਕ ਹੈ। ਔਰ ਲੋਕਾਂ ਨੇ ਇੰਨੇ ਵਧੀਆ ਤਰੀਕੇ ਨਾਲ ਉਹਨੂੰ ਐਕਸੈਪਟ ਕੀਤਾ ਕਿ ਉਹ ਜਿਹੜੀ ਚੇਂਜ ਸੀ ਉਹ ਫਿਰ ਚੇਂਜ ਫਿਰ ਲੌਂਗ ਦੇ ਲਿਸ਼ਕਾਰੇ 'ਚ ਵੀ ਨਜ਼ਰ ਆਈ, ਉਹ ਫਿਰ ਅੱਗੇ ਤੱਕ ਚੱਲਦੀ ਰਹੀ ਕਾਫੀ। ਔਰ ਫਿਰ ਸਾਰਿਆਂ ਨੂੰ ਮਾੜਾ ਦੌਰ ਉਦੋਂ ਆਇਆ ਕਿ ਜਦੋਂ ਇਹ ਫਿਲਮ ਰਿਲੀਜ਼ ਹੋਈ ਤਾਂ ਨਾਲ ਹੀ ਅੱਤਵਾਦ ਦਾ ਟਾਈਮ ਵੀ ਸਟਾਰਟ ਹੋ ਗਿਆ। ਔਰ ਉਹ ਫਿਰ ਜਿਹੜੇ ਸ਼ੋਅ ਟਾਈਮ ਸੀ ਕੱਟੇ ਸ਼ੋਅ, ਮਤਲਬ ਸਭ ਤੋਂ ਜ਼ਿਆਦਾ ਸਾਨੂੰ ਮਾਰ ਜਿਹੜੀ ਪਈ ਆ ਨਾ ਉਹ ਸਪੀਡ ਦੀ ਪਈ ਆ। ਅਦਰਵਾਈਜ਼ ਚੰਨ ਪ੍ਰਦੇਸੀ ਨੂੰ ਤੁਸੀਂ ਖਿੱਚਦੇ ਤਾਂ ਅਸੀਂ ਮੁਕਲਾਵਾ ਤੋਂ ਅੱਗੇ ਬਹੁਤ ਪਲਾਨ ਕੀਤਾ ਹੋਇਆ ਸੀ ਫਿਲਮਾਂ, ਲੇਕਿਨ ਸਮਾਂ ਜਿਹੜਾ ਸੀ ਉਹ ਠੀਕ ਸਮੇਂ ਨੇ ਸਾਨੂੰ ਫੇਵਰ ਨਹੀਂ ਕੀਤਾ। ਪਰ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਦੇ ਸੰਦਰਭ ਵਿੱਚ ਗੱਲ ਕਰੀਏ ਤੇ ਅੱਜ ਪੰਜਾਬੀ ਫਿਲਮਾਂ ਜਿਹੜੀਆਂ ਆ ਰਹੀਆਂ ਨੇ ਤਾਂ ਇੱਕ ਨਵਾਂ ਟ੍ਰੈਂਡ ਜੋ ਦੇਖਿਆ ਜਾ ਰਿਹਾ ਕਿ
ਜ਼ਿਆਦਾਤਰ ਗੀਤਕਾਰ ਹੀ ਜਿਹੜੇ ਹੈਗੇ ਨੇ ਉਹੀ ਅੱਗੇ ਆ ਕੇ ਆਪਣੇ ਆਪ ਐਜ਼ ਐਕਟਰਸ ਵੀ ਆ ਰਹੇ ਨੇ ਤੇ ਫਿਲਮਾਂ ਜਿਹੜੀਆਂ ਕੁਝ ਵੱਖਰੇ ਅੰਦਾਜ਼ ਨਾਲ ਹੀ ਬਣ ਰਹੀਆਂ ਤੇ ਜਿਸ ਤਰ੍ਹਾਂ ਬੇਵਜਾ ਸਾਹਿਬ ਨੇ ਵੀ ਗੱਲ ਕੀਤੀ ਕਿ ਇੱਕ NRI ਲਿੰਕ ਜਿਹੜਾ ਹੈਗਾ ਨਾ ਜੀ ਉਹ ਕਾਫੀ ਛਾਪ ਜਿਹੜੀ ਉਹ ਨਜ਼ਰ ਆਉਂਦੀ ਹੈਗੀ ਹੈ। ਹਾਂ, ਇਹ ਕਿਸ ਪਾਸੇ ਨੂੰ ਟ੍ਰੈਂਡ ਜਿਹੜਾ ਚੱਲ ਰਿਹਾ ਕੀ ਤੁਸੀਂ ਐਜ਼ ਅ ਰਾਈਟਰ ਕੀ ਸਮਝਦੇ ਹੈਗੇ ਹੋ ਇਹ ਨਹੀਂ ਇੱਕ ਸਹੀ ਟ੍ਰੈਂਡ ਹੈ? ਉਹੀ ਫੇਰ ਚੇਂਜ ਆਈ। ਹਾਂ ਹੁਣ NRI ਦਾ ਮੁੱਦਾ ਵੀ ਹੈ, ਹੁਣ NRI ਕੱਟ ਕੇ ਹੁਣ ਐਂਟਰਟੇਨਮੈਂਟ ਦਾ ਮੁੱਦਾ ਜ਼ਿਆਦਾ ਅੱਛਾ ਆ ਗਿਆ। ਦੇਖੋ ਇਫ ਯੂ ਲੁੱਕ ਐਟ ਇਵਨ ਇੰਡੀਅਨ ਫਿਲਮ ਹਿੰਦੀ ਫਿਲਮਸ ਤੁਸੀਂ ਦੇਖੋਗੇ ਕਿ ਦ ਮਿਊਜ਼ਿਕ ਇਜ਼ ਵੈਰੀ ਪੰਜਾਬੀ ਬੇਸਡ, ਰਾਈਟ correct? So now I think ਜਿੱਦਾਂ ਕਹਿੰਦੇ ਆਪਾਂ music is the food of love, ਜੀ। so similarly for I think the ਪੰਜਾਬੀ audience ਜਿਹੜੀ ਹੈ ਉਹਨਾਂ ਵਾਸਤੇ ਜਿਹੜਾ music ਹੈ ਉਹ ਬੜਾ ਇੱਕ strong element ਹੈ, Right. ਤੇ ਜਿਹੜਾ ਬੰਦਾ ਫਿਰ ਗੀਤਕਾਰ ਪਪੂਲਰ ਹੋ ਜਾਂਦਾ ਹੈ ਔਰ ਉਹਦੀ ਜਿਹੜੀ ਪਪੂਲੈਰਿਟੀ ਆਂਦੀ ਉਹਦੇ ਨਾਲ ਤੁਹਾਡੀ ਆਦਮੀ ਜੁੜ ਜਾਂਦਾ ਹੈ, ਉਹਦੀ ਪਰਸਨੈਲਿਟੀ ਕੱਟ ਵਾਲੀ ਫੈਕਟਰ ਆ ਜਾਂਦਾ ਹੈ, ਐਂਡ ਦੈਨ ਫਿਰ ਜਦੋਂ ਉਹ ਹੀਰੋ ਬਣ ਕੇ ਆਉਂਦਾ ਪਿਕਚਰ ਵਿੱਚ ਔਰ ਉਹ ਫਿਰ ਉਹ ਇੱਕ ਨਾਲ ਗਾਣੇ ਗਾਉਂਦਾ ਤੇ ਨਾਲ ਇੱਕ ਉਹਦੇ ਨਾਲ ਕਹਾਣੀ ਜੁੜਦੀ ਹੈ। ਐਜ਼ ਵੀ ਨੋਟਿਸ ਕਿ ਪੰਜਾਬੀ 'ਚ ਕੋਈ ਸਟਾਰ ਨਹੀਂ ਹੈਗੇ ਤਾਂ ਦੇ ਸਟਾਰਸ ਆਰ ਇਨ ਦ ਮੇਕਿੰਗ, Right. ਸੋ ਜੇ ਉਹ ਐਕਟਰ ਸਿੰਗਰ ਆ ਜਾਂਦਾ ਜਦੋਂ ਐਕਟਰ ਬਣ ਕੇ ਤਾਂ ਨੈਚੁਰਲੀ ਉਹ ਤੁਹਾਡੀ ਆਈਡੈਂਟੀਫਿਕੇਸ਼ਨ ਹੋਰ ਜ਼ਿਆਦਾ ਹੋ ਜਾਂਦੀ ਹੈ। ਪਹਿਲਾਂ ਤੁਹਾਨੂੰ ਉਹਦੇ ਗਾਣੇ ਬਹੁਤ ਚੰਗੇ ਲੱਗਦੇ, ਉੱਤੋਂ ਫਿਰ ਜੋ ਪਰਫਾਰਮੈਂਸ ਅੱਛੀ ਕਰਦਾ, ਸੋ ਦੈਟਸ ਦੀ ਆਈ ਥਿੰਕ ਦੇ ਆਰ ਇਨ ਦ ਮੇਕਿੰਗ ਰਾਈਟ ਨਾਓ। ਪਹੁੰਚਣਾ ਆਡੀਅנס ਤੱਕ ਈਜ਼ੀ ਹੈ। Right. ਵੈਸੇ ਜੇ ਹਿੰਦੀ ਸਿਨੇਮਾ ਨੂੰ ਵੀ ਦੇਖਿਆ ਜਾਵੇ ਤਾਂ ਹਿੰਦੀ ਸਿਨੇਮਾ ਵੀ ਪੰਜਾਬੀ ਨੂੰ ਸਟਾਰਟ ਹੋਇਆ ਸੀ। ਰਾਈਟ ਉਹਦੇ ਵਿੱਚ ਵੀ ਪਹਿਲਾਂ ਸਿੰਗਰ ਸਹਿਗਲ ਸਿੰਗਰ ਸੀ, ਠੀਕ ਸੁਰਿੰਦਰ ਵੀ Right. ਸਿੰਗਰ ਸੀ, ਠੀਕ। ਔਰ ਜਿੰਨੇ ਵੀ ਸਿੰਗਰ ਸੀ ਸਾਰੇ ਸਟਾਰ ਸੀ। ਠੀਕ। ਪਰ ਅੱਗੇ ਚਲਦੇ ਜੋ ਸਿਨੇਮੇ ਨੇ ਅੱਗੇ ਕੀਤਾ ਤਾਂ ਸਿੰਗਰ ਫਿਰ ਪਿੱਛੇ ਹਟਦੇ ਤੇ ਐਕਟਰ ਅੱਗੇ ਆਉਂਦੇਗੇ। ਰਾਈਟ ਤਾਂ ਮੇਰੇ ਖਿਆਲ ਸ਼ਾਇਦ ਇਹੀ ਹੁਣ ਪੰਜਾਬੀ ਸਿਨੇਮੇ ਨਾਲ ਵੀ ਹੋਏਗੀ। ਡਾਇਲੌਗਸ ਦੀ ਜਦ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਵੀ ਪਰਿਵਰਤਨ ਆ ਰਿਹਾ, ਚੇਂਜ ਆ ਬਿਲਕੁਲ ਰਿਹਾ ਆ ਰਹੀ ਹੈ। ਉਹ ਕਿਸ ਤਰ੍ਹਾਂ ਦਾ ਚੇਂਜ ਆ ਰਿਹਾ ਹੈਗਾ? ਡਾਇਲੌਗ ਦੇ ਵਿੱਚ ਜ਼ਿਆਦਾਤਰ ਹੁਣ ਚੇਂਜ ਹੈ ਕਿ ਜਿੰਨਾ ਸਕਰੀਨ ਪਲੇ ਜਿੰਨਾ ਫਾਸਟ ਹੋਏਗਾ ਔਰ ਲਾਈਨ ਟੂ ਲਾਈਨ ਜਿਹੜੀ ਹੈ ਨਾ ਸਕਰੀਨ ਪਲੇ ਵਰਡ ਟੂ ਵਰਡ ਲਾਈਨ ਟੂ ਲਾਈਨ ਪੈਰਾਗ੍ਰਾਫ ਟੂ ਪੈਰਾਗ੍ਰਾਫ ਚੱਲਦਾ ਹੁੰਦਾ ਹੈ ਜੀ। ਔਰ ਜਿੰਨਾ ਇਹ ਸਲਿਕਨੈਸ ਹੈ ਨਾ ਜਿਹੜੀ ਬੋਰੀਅਤ ਹੋਏਗੀ ਉਹ ਨਹੀਂ ਕੰਮ ਕਰੇਗੀ ਜੀ। ਲੋਕੀ ਕਹਿੰਦੇ ਨਹੀਂ ਜੀ ਅੱਜ ਕੱਲ ਤਾਂ ਐਂਟਰਟੇਨਮੈਂਟ ਚੱਲਦਾ ਹੈ, ਨਹੀਂ ਅੱਜ ਕੱਲ ਤਾਂ ਕਾਮੇਡੀ ਫਿਲਮ, ਨੋ ਫਿਲਮ ਚੱਲਦੀ ਹੈ। ਰਾਈਟ ਆਬਵੀਅਸਲੀ ਜਿਹੜੀ ਵਧੀਆ ਫਿਲਮ ਚੱਲਦੀ ਹੈ। ਤੁਸੀਂ ਕਾਮੇਡੀ 'ਚ ਵੀ ਦੇਖੋਗੇ ਤਾਂ ਚੰਗੀ ਫਿਲਮ ਫਿਲਮ ਹੀ ਹੀ ਚੱਲੇਗੀ। ਰਾਈਟ ਹੁਣ ਇੱਥੇ ਕਰਨ ਦੀ ਹਾਂਜੀ ਪਲੀਜ਼। No, I'm saying because ਉਹਨਾਂ ਨੇ ਕਿਹਾ ਕਿ ਸਲਿਕ ਕਰਨਾ ਪਏਗਾ ਬਿਕੋਜ਼ ਐਕਚੁਅਲੀ ਪੇਸ਼ੈਂਸ ਖਤਮ ਹੋ ਗਿਆ ਲੋਕਾਂ ਦਾ। 3 ਘੰਟੇ ਦੀ ਫਿਲਮ ਦੇਖਣ ਨੂੰ ਕੋਈ ਤਿਆਰ ਨਹੀਂ ਹੈ, ਉਹਨਾਂ ਨੂੰ 2 ਘੰਟੇ ਦੀ ਫਿਲਮ ਚਾਹੀਦੀ ਹੈ, ਮੂਵ ਆਊਟ ਐਂਡ ਓਵਰ। ਸੋ ਉਹਦੇ ਨਾਲ ਬਿਕੋਜ਼ ਇਟ ਸ਼ਰੰਕ ਟੂ 2 ਆਵਰਸ ਤਾਂ ਨੈਚੁਰਲੀ ਜਿਹੜੀ ਆਪਾਂ ਕਹਾਣੀ ਖਿੱਚ ਕੇ ਦੱਸਦੇ ਸੀਗੇ ਉਹ ਥੋੜੀ ਹੋਰ ਕੰਪੈਕਟ ਹੋ ਗਈ ਐਂਡ ਐਵਰੀਥਿੰਗ ਹੈਜ਼ ਬਿਕਮ ਵੈਰੀ ਸਲਿਕ ਐਂਡ ਵੀ ਆਰ ਮੂਵਿੰਗ ਫਾਸਟ ਟੂ ਗੈਟ ਇਟ ਡਾਊਨ ਇਨ 2 ਆਵਰਸ। ਹੁਣ ਹਸਾਓ ਜਾਂ ਰਵਾਓ ਫਟਾਫਟ ਛੇਤੀ ਕਰੋ। ਹੁਣ ਗੱਲ ਆਉਂਦੀ ਹੈ ਜੀ ਕਿ ਜਿਸ ਤਰ੍ਹਾਂ ਅਸੀਂ ਸਾਊਥ ਇੰਡੀਅਨ ਫਿਲਮਸ ਨੂੰ ਦੇਖਦੇ ਹਾਂ ਉੱਥੇ ਤਾਂ ਰੀਜਨਲ ਬੇਸ ਜਿਹੜਾ ਬੜਾ ਸਟਰੋਂਗ ਹੈਗਾ। ਪੰਜਾਬੀ ਫਿਲਮਾਂ ਦਾ ਕੀ ਤੁਸੀਂ ਸਮਝ ਰਹੇ ਹੋ ਕਿ ਜਿਸ ਤਰ੍ਹਾਂ ਹੁਣ ਹਿੰਦੀ ਫਿਲਮ ਕੋਈ ਵੀ ਕਾਮਯਾਬ ਕਿਹਾ ਜਾ ਰਿਹਾ ਕਿ ਨਹੀਂ ਹੁੰਦੀ ਕਿਉਂਕਿ ਤੁਸੀਂ ਤਾਂ ਉੱਥੇ ਰਹਿੰਦੇ ਤੁਹਾਨੂੰ ਜ਼ਿਆਦਾ ਪਤਾ ਹੈ, ਜਦ ਤੱਕ ਕੋਈ ਪੰਜਾਬੀ ਟੱਚ ਨਾ ਦਿੱਤਾ ਜਾਏ ਤਾਂ ਕੀ ਉਹ ਪੰਜਾਬੀ ਦੀ ਜਿਹੜੀ ਅਹਿਮੀਅਤ ਮਾਂ ਬੋਲੀ ਦੀ ਅਸੀਂ ਅਹਿਮੀਅਤ ਦੀ ਗੱਲ ਕਰਦੇ ਹਾਂ ਕਿ ਅਸੀਂ ਉਸ ਨੂੰ ਥੋੜਾ ਜਿਹਾ ਹੁਣ ਡਾਇਰੈਕਟਰਸ ਨੇ ਪ੍ਰੋਡਿਊਸਰਸ ਨੇ ਕੁਝ ਪਹਿਚਾਨਣਾ ਸ਼ੁਰੂ ਕੀਤਾ ਇਨ ਹਿੰਦੀ ਇੰਡਸਟਰੀ ਕਿ ਪੰਜਾਬੀ? ਹਿੰਦੀ ਇੰਡਸਟਰੀ ਦੇ ਵਿੱਚ ਬਿਲਕੁਲ, ਬਿਕੋਜ਼ ਯੂ ਸੀ ਤੁਹਾਡੇ ਬੜੇ ਕੁਐਸਚਨ ਦਾ ਜਵਾਬ ਬੜਾ ਆਪਣੇ ਆਪ ਹਰ ਫਿਲਮ ਦੇ ਮਿਊਜ਼ਿਕ 'ਚ ਹੈ, ਹਰ ਫਿਲਮ ਦੇ ਕੈਰੈਕਟਰਸ ਵਿੱਚ ਹੈ। ਤੁਸੀਂ ਦੇਖੋ ਜਿੰਨੀਆਂ ਹੁਣ ਫਿਲਮਾਂ ਬਣ ਰਹੀਆਂ ਪਹਿਲੇ there was a time I was trying to set up a studio in Chandigarh, ਬਟ ਉਦੋਂ ਕੋਈ ਸ਼ੂਟਿੰਗ ਕਰਦਾ ਹੀ ਨਹੀਂ ਸੀ ਉੱਧਰ। ਹੁਣ ਉੱਥੇ ਇੰਨੀਆਂ ਸ਼ੂਟਿੰਗ ਹੁੰਦੀਆਂ ਜਾ ਕੇ ਨਾਰਥ ਵਿੱਚ ਆਪਣੇ ਪੰਜਾਬ ਵਿੱਚ ਆਪਣਾ ਹਿੰਦੀ ਫਿਲਮਾਂ ਦੀਆਂ। ਸੋ ਤੁਹਾਡੇ ਸਵਾਲ ਦਾ ਜਵਾਬ ਆਹੀ ਹੈ ਕਿ ਇਮੇਜਿਨ ਦ ਨੰਬਰ ਆਫ ਫਿਲਮ 'ਚ ਹੈਵ ਬੀਂਗ ਪੰਜਾਬ ਬੇਸਡ, ਇਮੇਜਿਨ ਦ ਨੰਬਰ ਆਫ ਫਿਲਮ ਜਿਹਨੇ ਕਿ ਗਾਣੇ ਪੰਜਾਬੀ ਹੈਗੇ ਆ ਔਰ ਕਿੰਨੀ ਜਾ ਕੇ ਸ਼ੂਟਿੰਗ ਚੰਡੀਗੜ੍ਹ ਆਸ-ਪਾਸ ਦੇ ਪਿੰਡਾਂ 'ਚ ਹੁੰਦੀ ਹੈਗੀ ਹੈ। ਸੋ ਆਈ ਥਿੰਕ ਉਹ ਪੰਜਾਬੀਅਤ ਔਰ ਸਾਡੀ ਜਿਹੜੀ ਮਾਂ ਬੋਲੀ ਦੀ ਜਿਹੜੀ ਅਹਿਮੀਅਤ ਹੈ ਉਹ ਹੁਣ ਪੂਰੀ ਤਰ੍ਹਾਂ ਤੇ ਨਜ਼ਰ ਆ ਰਹੀ ਹੈ। ਸੋ ਐਕਸੈਪਟੈਂਸ ਜਿਹੜਾ ਹਰ ਪਾਸੇ ਵੱਧ ਰਿਹਾ ਹੈ। ਬਿਲਕੁਲ ਪੱਗਾਂ ਕਿੰਨੀਆਂ ਬਣਨੀਆਂ ਲੱਗ ਗਈਆਂ ਜੀ। ਪਹਿਲੇ ਹੁੰਦੇ ਬਟ ਇੱਕ ਇਹਨਾਂ ਨੇ ਪੁਆਇੰਟ ਬੜਾ ਅੱਛਾ ਕਿਹਾ ਹੈ ਜਿਹੜਾ ਵਿੱਚ ਦੌਰ ਆਇਆ ਸੀ ਨਾ ਟੈਰਰਿਜ਼ਮ ਵਾਲਾ, ਉਸ ਦੌਰ ਵਿੱਚ ਉਹ ਈਵਨ ਇਨ ਦੀ ਕੈਰੈਕਟਰਸ ਇਨ ਦ ਫਿਲਮਸ। ਰਾਈਟ। ਸੋ ਹਿੰਦੀ ਫਿਲਮਾਂ ਦੇ ਦੌਰ ਦੇਖੋ ਪਹਿਲੇ ਬਹੁਤ ਧਰਮਿੰਦਰ ਦੀ ਪਿਕਚਰ ਜੀਵਨ ਰਿਤੂ ਸਰਦਾਰ ਬਣਿਆ ਹੋਇਆ ਆਹ ਬਣਿਆ, ਜਦੋਂ ਇਹ ਟੈਰਰਿਜ਼ਮ ਵਾਲਾ ਫੇਜ਼ ਆਇਆ ਇੱਕ ਉਸ ਤੋਂ ਬਾਅਦ ਇੱਕਦਮ ਦੈਟ ਜਸਟ ਗॉट ਪੁਲਡ ਆਊਟ ਫਰਮ ਦੀ ਹਿੰਦੀ ਫਿਲਮ ਸਕ੍ਰਿਪਟਸ, ਰਾਈਟ, ਦ ਕੈਰੈਕਟਰਸ ਐਂਡ ਦੀ ਮੂਵਮੈਂਟ। ਅਸੀਂ ਨਾ ਪੰਜਾਬ 'ਚ ਉੱਥੇ ਜਾ ਹੀ ਨਹੀਂ ਸਕਦਾ ਬੰਦਾ ਸ਼ੂਟਿੰਗ ਕਰਨ ਵਾਸਤੇ, ਸੋ ਇੱਕ ਬ੍ਰੇਕ ਆ ਗਿਆ ਜਿਹਨੂੰ ਕਹਿੰਦੇ ਆ। ਉਹ ਐਜ਼ ਥਿੰਗਸ ਹੈਵ ਮੂਵਡ ਨਾਓ ਵੈਲ ਯੂ ਬੈਕ देयर। ਬਟ ਉਸ ਫੇਜ਼ ਦੇ ਨਾਲ ਕੀ ਇਹ ਵੀ ਨਹੀਂ ਹੋਇਆ ਤੁਸੀਂ ਸਮਝਦੇ ਹੋ ਕਿਉਂਕਿ ਤੁਸੀਂ ਤਾਂ ਹਿੰਦੀ 18-19 ਫਿਲਮ ਤੁਸੀਂ ਬਣਾਈਆਂ ਨੇ ਤਾਂ ਉਹਦੇ ਵਿੱਚ ਜਿਹੜਾ ਅਸੀਂ ਜਦੋਂ ਸਿੱਖਾਂ ਦੀ ਗੱਲ ਕਰਦੇ ਹਾਂ ਇੱਕ ਮਜ਼ਾਕੀਆ ਪਾਤਰ ਵਾਂਗੂ ਵੀ ਜਿਹੜਾ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਉਸ ਨੂੰ ਕੋਈ ਠੱਲ ਪੈ ਰਹੀ ਹੈਗੀ ਕਿ ਉਸ ਵਾਸਤੇ ਕਦੀ ਐਜ਼ ਅ ਪੰਜਾਬੀ ਤੁਸੀਂ ਉੱਥੇ ਆਪਣੇ ਜਿਹੜਾ ਸਰਕਲਸ ਨੇ ਉਹਨਾਂ 'ਚ ਕਦੀ ਆਵਾਜ਼ ਬੁਲੰਦ ਕੀਤੀ? ਬਿਲਕੁਲ ਕੀਤੀ ਹੈ ਔਰ ਉਹ ਕਾਫੀ ਘੱਟ ਹੋਏ। ਓਕੇ। ਹਾਂ
Because see, basically, you can say that yes, they would always create a caricature Right. out of the character and all, and I think that has almost gone now. Again, with the I think due respect to the characters that now have been portrayed in films. ਜੀ ਹੁਣ ਜਿਵੇਂ ਤੁਸੀਂ ਸਨ ਆਫ ਸਰਦਾਰ ਦੇਖ ਲਓ ਜਾਂ ਤੁਸੀਂ ਹੋਰ ਪਿਕਚਰਾਂ ਦੇਖ ਲਓ, ਉਹਦੇ ਜਿਹੜੇ ਕੈਰੈਕਟਰਸ ਮੇਨ ਕੈਰੈਕਟਰਸ ਆਉਂਦੇ ਆ, ਦੈਨ ਦੀ ਕਾਈਂਡ ਆਫ ਇਮੇਜ ਦੈਟ ਯੂ ਆਰ ਕ੍ਰੀਏਟਿੰਗ ਦੇਅਰ, ਉਹ ਆਟੋਮੈਟਿਕਲੀ ਆਈ ਥਿੰਕ ਦੈਟ ਹੈਜ਼ ਪ੍ਰੋਬਬਲੀ ਮਿਨੀਮਾਈਜ਼ਡ ਅ ਲੋਟ ਨਾਓ, ਓਕੇ ਆਲਮੋਸਟ ਨੈਗਲੀਜੀਬਲ। ਰਾਈਟ ਬਲਦੇਵ ਜੀ, ਜਿਸ ਤਰ੍ਹਾਂ ਤੁਸੀਂ ਜਦੋਂ ਲਿਖਦੇ ਹੈਗੇ ਹੋ ਤਾਂ ਉਸ ਦੇ ਵਿੱਚ ਇੱਕ ਤਾਂ ਐਂਟਰਟੇਨਮੈਂਟ ਐਸਪੈਕਟ ਜਿਹੜਾ ਹੈ, ਕੋਈ ਵੀ ਮੂਵੀ ਜਾ ਰਿਹਾ ਮਕਸਦ ਤਾਂ ਇਹੀ ਹੈ ਐਂਟਰਟੇਨ, ਪਰ ਇੱਕ ਸੇਧ ਵੀ ਜੀਵਨ ਵਿੱਚੋਂ ਬਹੁਤ ਜ਼ਿਆਦਾ ਮਿਲ ਸਕਦੀ ਹੈ, ਕਿਉਂਕਿ ਲੋਕਾਂ ਦੀ ਬਹੁਤ ਜ਼ਿਆਦਾ ਆਸਥਾ ਜਿਹੜੀ ਹੈ ਉਹ ਐਕਟਰਸ ਵਿੱਚ ਹੁੰਦੀ ਹੈ, ਐਕਟਰਸਿਸ ਵਿੱਚ ਹੁੰਦੀ ਹੈ। ਤਾਂ ਜਦੋਂ ਤੁਸੀਂ ਆਪਣੇ ਡਾਇਲੌਗਸ ਲਿਖਦੇ ਹੋ ਕਿ ਉਹਦੇ ਵਿੱਚ ਤੁਸੀਂ ਇਹ ਵੀ ਕੋਸ਼ਿਸ਼ ਕਰਦੇ ਹੋ ਕਿ ਕੁਝ ਸਪਿਰਿਚੁਅਲ ਐਂਗਲ ਲੈ ਕੇ ਜਾਂ ਕੋਈ ਉਹਨਾਂ ਨੂੰ ਡਾਇਰੈਕਸ਼ਨ ਜਿਹੜੀ ਹੈ ਦਿੱਤੀ ਜਾ ਸਕੇ? ਮੇਰੇ ਖਿਆਲ ਇਹ ਤਾਂ ਰਾਈਟਰ ਦੀ ਸੁਭਾਅ ਦੇ ਉੱਤੇ ਜ਼ਿਆਦਾ ਹੁੰਦਾ, ਰਾਈਟਰ ਦਾ ਸੁਭਾਅ ਜੀ ਜੇਕਰ ਮੇਰੀ ਇਹ ਟੈਨਸ਼ਨ ਜਿਹੜੀ ਤੁਸੀਂ ਕਹੀ ਆ ਤਾਂ ਆਪਣੇ ਆਪ ਹੀ ਡਾਇਲੌਗ ਦੇ ਵਿੱਚ ਇੰਜੈਕਟ ਹੁੰਦੀ ਰਹੇ। ਠੀਕ। ਜਿਵੇਂ ਹੁੰਦਾ ਕਿ ਜਿਵੇਂ ਭੰਡਗਿਰੀ ਹੁੰਦੀ ਨਾ ਕਿ ਡਾਇਲੌਗ ਤੇ ਡਾਇਲੌਗ ਸਿੱਟਦੇ ਜਾਓ, ਡਾਇਲੌਗ ਤੇ ਡਾਇਲੌਗ, ਲੇਕਿਨ ਮੇਰੀ ਨੇਚਰ ਕੁਝ ਹੋਰ ਤਰ੍ਹਾਂ, ਮੈਂ ਥੋੜਾ ਜਿਹਾ ਵਿੱਚ ਕਲਚਰ ਔਰ ਇਹ ਜਿਹੜੀ ਗੱਲ ਤੁਸੀਂ ਕਹੀ ਮੈਂ ਬਿਲਕੁਲ ਕਰਦਾ ਵਿੱਚ ਪਾਉਂਦੇ, ਕਿਉਂਕਿ ਅੱਜ ਇਹ ਵੇਖਣ ਨੂੰ ਇਹ ਵੀ ਮਿਲ ਰਿਹਾ ਬੇਵਜਾ ਜੀ ਕਿ ਕਲਚਰ ਦੇ ਨਾਂ ਉੱਤੇ, ਮਾਂ ਬੋਲੀ ਦੇ ਨਾਂ ਉੱਤੇ ਬਹੁਤ ਕੁਝ ਕਿਹਾ ਤੇ ਜਾਂਦਾ ਹੈ, ਪਰ ਜਦੋਂ ਡਿਪਿਕਟ ਕੀਤਾ ਜਾਂਦਾ ਉਹ ਕੁਝ ਵੱਖਰਾ ਹੀ ਹੁੰਦਾ ਹੈ। ਸੋ ਇਹਦੇ ਵਾਸਤੇ ਤੁਸੀਂ ਕੀ ਸਮਝਦੇ ਹੋ ਕਿ ਜਿਹੜਾ ਆਡੀਅנס ਹੈਗੀ ਹੈ ਉਹ ਕਿੰਨਾ ਕੁ ਅਹਿਮ ਰੋਲ ਨਿਭਾ ਸਕਦੀ ਹੈ ਕਿ ਜਿਹੜੇ ਤੁਸੀਂ ਡਾਇਰੈਕਟਰਸ ਪ੍ਰੋਡਿਊਸਰਸ ਹੈਗੇ ਹੋ, ਤੁਹਾਨੂੰ ਵੀ ਪਤਾ ਹੋਵੇ ਕਿ ਜੋ ਕੁਝ ਅਸੀਂ ਲੈ ਕੇ ਆ ਰਹੇ ਹਾਂ ਉਹਦੀ ਐਕਸੈਪਟੈਂਸ ਹੋਏਗੀ? See, as it is बड़ा एक सिंपल फार्मूला है कि कोई भी आदमी मॉरल साइंस का लेक्चर और कोई जिथे तुसी उन्हें लगेगा कि मैंने कुछ सिखाया जा रहा है वो उसे इमीडिएट रिजेक्शन आ जाती है। सो यू हैव टू कैमोफ्लेज इट। तो जिस तरह इन्होंने कहा कि डायलॉग दे विच कहानी चल रही, इमोशनल सीन है या कोई होर सीन है, मैं अपनी एक तुक पा की, सो द मैसेज कम्स वेरी इन अ वेरी कैमोफ्लेज्ड वे। जे बड़ा डायरैक्ट जाऊगा तो आई थिंक बाहर जाके पूछूगा जी भाजी किद्दां सुन लगी, ओ यार एवें ही आ सिखाई जांदे आ आपां नूं। You see, you're challenging the intelligence of the audience. Right. They think, oh, you mean I don't know? I don't know. ਜਿੱਦਾਂ ਹੁਣ ਮੈਂ ਤੁਹਾਨੂੰ ਕਹਾਂ ਜੀ ਸੱਚ ਬੋਲਣਾ ਚਾਹੀਦਾ ਬੇਟਾ, ਝੂਠ ਨਹੀਂ ਬੋਲਣਾ ਚਾਹੀਦਾ। No, ਇਹ ਤਾਂ ਬਚਪਨ ਤੋਂ ਸਿੱਖਦੇ ਆ ਰਹੇ ਹੋ ਤੁਸੀਂ। So it's like saying, oh, you mean I don't know? You're teaching me. But ਜਿਹੜੇ ਤਰੀਕੇ ਨਾਲ ਦੱਸਿਆ ਜਾਵੇ ਤੇ ਉਹ ਇੱਕ impression ਮਿਲ ਆ ਜਾਂਦਾ without realizing that you've been told, if you're told, well, that's the magic of the writer and the director. ਹੁਣ ਇੱਥੇ ਲੱਚਰਤਾ ਦੀ ਗੱਲ ਆਉਂਦੀ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਗੀਤ ਸੰਗੀਤ ਵਿੱਚ ਵੀ ਲੱਚਰਤਾ ਜਿਹੜੀ ਹੈਗੀ ਹੈ ਉਹ ਪ੍ਰਭਾਵਿਤ ਕਰ ਰਹੀ ਹੈ, ਲੋਕਾਂ ਨੂੰ ਅਸੈਪਟ ਵੀ ਕਰ ਰਹੀ ਹੈ। ਲੋਕ ਕਹਿੰਦੇ ਨੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਇਹ ਨਹੀਂ ਹੋਣਾ ਚਾਹੀਦਾ, ਪਰ ਜਦੋਂ ਆਉਂਦੀ ਹੈ ਲੋਕ ਅਸੈਪਟ ਵੀ ਕਰਦੇ ਹੈਗੇ ਨੇ ਉਸ ਚੀਜ਼ ਨੂੰ। ਸੋ ਉਹਦੇ ਪ੍ਰਤੀ ਐਜ਼ ਅ ਰਾਈਟਰ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕਿ ਓਵਰ ਦ ਈਅਰਸ ਜੋ ਟ੍ਰੈਂਡ ਆ ਰਿਹਾ ਹੈ ਇਹ ਪੰਜਾਬੀ ਸਿਨੇਮੇ ਨੂੰ ਜਾਂ ਪੰਜਾਬੀ ਗੀਤਕਾਰ ਕਿੱਥੇ ਲੈ ਕੇ ਜਾ ਰਿਹਾ ਹੈ? ਮੈਂ ਤੁਹਾਨੂੰ ਇੱਕ ਡੋਲੀ ਗੁਲੇਰੀਆ ਦਾ ਇੱਕ ਸ਼ੋਅ ਦੇ ਵਿੱਚ 16 ਸਾਲ ਦੀ ਲੜਕੀ ਨੇ ਕਿਹਾ ਸੀ, ਕਹਿੰਦੇ ਤੁਸੀਂ ਸੋਚਦੇ ਹੋ ਅਸੀਂ ਕੀ ਚਾਹੁੰਦੇ, ਕਹਿੰਦਾ ਅਸੀਂ ਉਹ ਚਾਹੁੰਦੇ ਜੋ ਤੁਸੀਂ ਸਾਨੂੰ ਦਿੰਦੇ ਹੋ। ਰਾਈਟ। ਸਾਡੀ ਜਿਹੜੀ ਬਣਾਉਣਾ, ਤੁਸੀਂ ਸਾਨੂੰ ਬਣਾਉਣਾ, ਤੁਹਾਡੀ ਰਾਈਟਿੰਗ ਨੇ ਬਣਾਉਣਾ, ਤੁਹਾਡੇ ਸ਼ੋਅ ਨੇ। ਹੁਣ ਇਹ ਹੌਲੀ ਹੌਲੀ ਜੇ ਕੋਈ ਮਾੜਾ ਮੋਟਾ ਲੱਚਰਪੁਣਾ ਆ ਵੀ ਜਾਂਦਾ ਨਾ, ਜਦੋਂ ਅਸੈਪਟ ਹੋ ਜਾਂਦਾ ਤਾਂ ਬਣਾਉਣਾ ਨੂੰ ਐਂ ਲੱਗਦਾ ਪਤਾ ਨਹੀਂ ਇਹੀ ਚੱਲੇਗਾ, ਇਹੀ ਕਰੈਕਟਰ, ਲੇਕਿਨ ਹੁੰਦਾ ਨਹੀਂ ਉਹ। ਐਕਚੁਅਲੀ ਜਿਹੜਾ ਤੁਸੀਂ ਦਿੰਦੇ ਹੋ ਉਹ ਕਹਿੰਦੇ ਸਾਨੂੰ ਤੁਸੀਂ ਜਿਸ ਤਰ੍ਹਾਂ ਬਣਾਉਣੇ ਅਸੀਂ ਉਸ ਤਰ੍ਹਾਂ ਬਣਦੇ ਹਾਂ ਜੀ। ਇਹ ਨਾ ਸੋਚੋ ਕਿ ਜੋ ਤੁਸੀਂ ਸਾਨੂੰ ਪਰੋਸ ਜਿੱਦਾਂ ਗਾਉਂਦਾ ਸਾਨੂੰ ਉਹ ਅਸੈਪਟ ਹੈ। ਰਾਈਟ। ਮਤਲਬ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਉਹਦੀ ਏਜ ਦੇ ਹਿਸਾਬ ਨਾਲ ਜਿਹੜੀ ਉਹਨੇ ਗੱਲ ਕੀਤੀ ਉਹ ਬਹੁਤ ਜ਼ਿਆਦਾ ਮੈਚੁਰ ਸੀ। ਰਾਈਟ। ਮੈਨੂੰ ਹਾਲ ਤੱਕ ਯਾਦ ਆ ਉਹਦੀ ਗੱਲ ਵੀ। ਹਾਂਜੀ। ਹੁਣ ਗੱਲ ਆਉਂਦੀ ਜੀ ਇੱਕ ਹੋਰ ਕਿ ਜਿਸ ਤਰ੍ਹਾਂ ਨਾਨਕ ਨਾਮ ਜਹਾਜ਼ ਦੀ ਅਸੀਂ ਗੱਲ ਕਰਦੇ, ਇੱਕ ਫਿਲਮ ਮਾਈਲਸਟੋਨ ਸੀ ਜਿਹਨੇ ਕਿ ਧਰਮ ਨੂੰ ਲੈ ਕੇ ਜਦੋਂ ਇਹ ਫਿਲਮ ਬਣਾਈ ਗਈ ਤਾਂ ਉਸਨੇ ਲੋਕਾਂ ਦੇ ਵਿੱਚ ਉਸਨੂੰ ਅਸੈਪਟੈਂਸ ਜਿਹੜੀ ਸੀ ਬਹੁਤ ਹੋਈ। ਹੁਣ ਤੁਹਾਡੇ ਬਾਰੇ ਵੀ ਪਤਾ ਲੱਗਿਆ ਕਿ ਤੁਸੀਂ ਵੀ ਇੱਕ ਐਸੀ ਫਿਲਮ ਬਣਾ ਰਹੇ ਹੋ ਜਿਹਦੇ ਵਿੱਚ ਕਿ ਧਰਮ ਨੂੰ ਤੁਸੀਂ ਅੱਗੇ ਮੁੱਖ ਲੈ ਕੇ ਆ ਰਹੇ ਹੋ। ਸੋ ਹਿੰਦੀ ਫਿਲਮਸ ਤੋਂ ਇਸ ਪਾਸੇ ਆਉਣਾ ਇਹ ਕਿਵੇਂ ਧਿਆਨ ਆਇਆ? ਇਸ ਕਰਕੇ ਕਿ ਆਈ ਥਿੰਕ ਦੀ ਜਦੋਂ ਤੁਸੀਂ ਸਿੱਖ ਹਿਸਟਰੀ ਵੱਲ ਥੋੜ੍ਹਾ ਜਿਹਾ ਧਿਆਨ ਦਿਓ ਨਾ, ਇਟ ਇਜ਼ ਟੋਟਲੀ ਅਨਐਕਸਪਲੋਰਡ ਔਰ ਕਿਸੇ ਨੇ ਕਦੀ ਕੁਝ ਕਿਹਾ ਹੀ ਨਹੀਂ ਜਾਂ ਕਿਉਂ ਨਹੀਂ ਕਿਹਾ, ਫਿਰ ਇਹਦੀ ਥੋੜ੍ਹੀ ਜਾਣਕਾਰੀ ਲਿੱਤੀ ਤੇ ਇਸ ਟੌਪਿਕ ਨੂੰ ਜਾਂ ਇਸ ਸਿੱਖ ਹਿਸਟਰੀ ਦੇ ਇਸ਼ੂ ਨੂੰ ਕਿਸੇ ਫਿਲਮ ਮੇਕਰ ਨੇ ਇੰਨੀ ਡਿਟੇਲ ਵਿੱਚ ਕਦੀ ਟੱਚ ਹੀ ਨਹੀਂ ਕੀਤਾ। ਆਈ ਥਿੰਕ ਕਿਤੇ ਬਿਕੋਜ਼ ਐਵਰੀਬਡੀ ਵਾਸ ਪ੍ਰੋਬਬਲੀ ਹੈਵ ਅ ਇੰਪ੍ਰੈਸ਼ਨ ਕਿ ਇਹ ਅਲਾਉਡ ਹੀ ਨਹੀਂ ਹੈ। ਰਾਈਟ। ਕਰੇ ਬਟ ਵੈਨ ਯੂ ਗੋ ਐਂਡ ਕ੍ਰੀਏਟ ਐਫਰਟ ਕਿ ਯਾਰ ਮੈਨੂੰ ਕੁਝ ਕਰਨਾ ਚਾਹੀਦਾ ਹੈ, ਮੈਂ ਕਰਨਾ ਚਾਹਾਂਗਾ ਤੇ ਐਕਸਪਲੋਰ ਕਰੋ, ਫਿਰ ਪੋਸੀਬਿਲਿਟੀਜ਼ ਤੁਹਾਡੇ ਸਾਹਮਣੇ ਖੁੱਲ ਜਾਂਦੀਆਂ ਨੇ ਐਂਡ ਯੂ ਫੀਲ। ਸੋ ਆਈ ਥਿੰਕ ਦੈਟਸ ਵਾਟ ਇਨਸਪਾਇਰਡ ਮੀ ਟੂ ਗੋ ਇਨਟੂ ਇਟ ਕਿ ਕੁਝ ਕਰਨਾ ਚਾਹੀਦਾ ਹੈ। ਔਰ ਜਦੋਂ ਦੇਖਿਆ ਕਿ ਦੇਰ ਆਰ ਐਵੇਨਿਊਜ਼ ਪੋਸੀਬਿਲਿਟੀਜ਼ ਟੂ ਡੂ ਇਟ, ਮੈਂ ਇੱਕ ਹੋਰ ਫਿਲਮ ਬਣਾ ਰਿਹਾ ਸੀ, ਇਟਸ ਟਾਈਟਲ ਦੀ ਲੈਜੈਂਡ ਆਫ ਦ ਗੋਲਡਨ ਟੈਂਪਲ। ਅੱਛਾ ਜੀ। ਔਰ ਆਪਣੇ ਦਰਬਾਰ ਸਾਹਿਬ ਗੁਰਦੁਆਰਾ ਜਿਹੜਾ ਹੈਗਾ ਉੱਥੇ ਅੰਮ੍ਰਿਤਸਰ, ਉਹਦੀ ਹਿਸਟਰੀ ਇਜ਼ ਹੇਅਰ ਰੇਜ਼ਿੰਗ ਜੀ। ਇਟ ਇਜ਼ ਆਈ ਨਿਊ 90% ਮੈਨੂੰ ਨਹੀਂ ਪਤਾ ਸੀਗਾ ਉਹਦੀ ਹਿਸਟਰੀ,
It was news to me when I researched, and that also the script is almost final, and that's been made in Hindi with Bollywood actors, because again we have so many martyrs who have stood for the cause and the protection sanctity of the Golden Temple. They have a name. Probably hardly have a name, because नंबर पता ही बहुत घट लोगों को, but they do have a name, of course, but they don't have a face. So I'm trying to get some popular Bollywood actors to represent those characters, those martyrs, so that they get a face to their name, and so that जो उन्होंने अपनी दिखाया, अपनी जो हिम्मत की थी, जो अपनी शहीदियां पाइयां ने, तो ਉਹਦਾ ਮਹੱਤਵ ਜਿਹੜਾ ਹੈ ਐਟਲੀ ਲੋਕਾਂ ਤੱਕ ਪਹੁੰਚੇ. But it is hair raising history about the Golden Temple. So ਚਾਰ ਸਾਹਿਬਜ਼ਾਦੇ ਜਾਂ ਇਹ ਜੋ ਗੋਲਡਨ ਟੈਂਪਲ ਦੀ ਤੁਸੀਂ ਫਿਲਮ ਬਣਾ ਰਹੇ ਹੋ, ਉਹਦੇ 'ਚ ਤੁਸੀਂ ਜਿਹੜੇ ਡਾਇਲੌਗਸ ਵਗੈਰਾ ਲਿਖ ਰਹੇ ਹੈਗੇ ਹੋ ਜੀ, ਉਹਦੇ ਸੰਬੰਧ ਵਿੱਚ ਦੱਸੋ ਕਿ ਕਿਉਂਕਿ ਐਂਟਰਟੇਨਮੈਂਟ ਦੀ ਇਸ ਜਗਤ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਨੂੰ ਲਿਆ ਕੇ ਜਿੱਥੇ ਇਤਿਹਾਸ ਨੂੰ ਅਸੀਂ ਖਰੋਦ ਰਹੇ ਹਾਂ ਤੇ ਉਹਦੇ 'ਚੋਂ ਕੁਝ ਐਸਾ ਕੱਢ ਕੇ ਲਿਆ ਰਹੇ ਹਾਂ ਜਿਹੜਾ ਕਿ ਐਕਸੈਪਟੇਬਲ ਹੋਵੇ ਸਭ ਨੂੰ, ਉਹਦੇ 'ਚ ਕਿਹੜੇ ਇਸ਼ੂਜ਼ ਚੈਲੰਜਸ ਆਉਂਦੇ ਹੈਗੇ ਨੇ? ਜਿੱਥੇ ਤੱਕ ਡਾਇਲੌਗ ਦਾ ਤਾਲੁਕ ਹੈ ਜੀ, ਇਹਨਾਂ ਰਿਸਰਚ ਹੀ ਨਹੀਂ ਕੀਤੀ ਕਿ ਮੈਨੂੰ ਕੋਈ ਪੜ੍ਹਨ ਦੀ ਲੋੜ ਹੀ ਨਹੀਂ। ਰਾਈਟ, ਠੀਕ। ਔਰ ਅੰਗਰੇਜ਼ੀ ਦੇ ਵਿੱਚ ਪੂਰਾ ਐਕਸਪਲੇਨ ਕੀਤਾ ਹੋਇਆ ਮੇਰੇ ਸਾਹਮਣੇ ਸੀਗਾ ਜੀ, ਔਰ ਮੈਨੂੰ ਲਿਖਣ ਦੇ ਵਿੱਚ ਬਿਲਕੁਲ ਵੀ ਪ੍ਰੋਬਲਮ ਨਹੀਂ ਆਈ। ਠੀਕ। ਔਰ ਦੂਸਰਾ ਇਹ ਸੀ ਕਿ ਮੈਂ ਅੰਦਰੋਂ ਬਹੁਤ ਜ਼ਿਆਦਾ ਨਾ ਜਿਹਨੂੰ ਕਹਿੰਦੇ ਗ੍ਰੰਥ ਸਾਹਿਬ ਦੇ ਬਹੁਤ ਜ਼ਿਆਦਾ ਨਜ਼ਦੀਕ ਹਾਂ, ਬਹੁਤ ਜ਼ਿਆਦਾ। ਔਰ ਮੈਂ ਇਹਨਾਂ ਨੂੰ ਜਦੋਂ ਕਿਹਾ, ਮੈਂ ਕਿਹਾ ਵੀ ਹਾਂ ਇਹ ਤਾਂ ਮੈਂ ਹੀ ਕਰੂੰਗਾ। ਕਿਉਂ? ਕਿਉਂਕਿ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ ਤੇ ਔਰ ਮੈਂ ਕੋਟ ਵੀ ਕਰ ਸਕਦਾ, ਮੈਂ ਕੀਤਾ ਵੀ ਹੈ ਜਿੱਥੇ ਇੱਥੇ ਮੇਰਾ ਜ਼ਰੂਰਤ ਹੈ। ਬਟ ਜਿੱਥੋਂ ਤੱਕ ਡਾਇਲੌਗ ਦਾ ਤਾਲੁਕ ਹੈ ਤਾਂ ਇਹਨਾਂ ਦਾ ਮੇਰੇ ਨਾਲੋਂ ਵੀ ਜ਼ਿਆਦਾ ਵੱਡਾ ਹੱਥ। ਰਾਈਟ। ਸੋ ਟੀਮ ਜਿਹੜੀ ਤੁਹਾਡੀ ਸਟਰੋਂਗ, ਉਹਦੇ ਨਾਲ ਕੁਝ ਚੰਗਾ ਜਿਹੜਾ ਹੈਗਾ ਉਹ ਆ ਰਿਹਾ। ਅਸੀਂ ਕੋਸ਼ਿਸ਼ ਉਹਦੇ 'ਚ ਇਹ ਕਰ ਰਹੇ ਹਾਂ ਜੀ ਕਿ ਜੇ ਆਪਣੀ ਕਹਾਣੀ ਹੈਗੀ 1705 ਦੀ, ਤੇ ਜਿਹੜੀ ਉਸ ਟਾਈਮ ਪੰਜਾਬੀ ਮਾਂ ਬੋਲੀ ਸੀਗੀ ਉਹ ਪਾਲੀ ਠੇਠ ਸੀਗੀ। ਅਸੀਂ ਫਿਲਮ ਦੀ ਕਹਾਣੀ ਲੋਕਾਂ ਤੱਕ ਪਹੁੰਚਾਉਣੀ ਹੈ, ਤੇ ਅਸੀਂ ਹੁਣ ਪੰਜਾਬੀ ਉਹ ਵੀ ਆਰ ਟ੍ਰਾਈਂਗ ਟੂ ਬ੍ਰਿਜ ਦੀ ਲੈਂਗੁਏਜ ਜੋ ਇਹਨਾਂ ਦੀ ਕਾਰਸਤਾਨੀ, ਜੋ ਬੇਸਿਕਲੀ ਹੀ ਇਜ਼ ਮਾਸਟਰ ਐਟ ਦੈਟ, ਕਿ ਦ ਲੈਂਗੁਏਜ ਇਜ਼ ਸੱਚ ਕਿ ਜਿਹੜੀ ਕਿ ਅੱਜ ਦੇ ਬੰਦੇ ਨੂੰ ਸਮਝ ਵੀ ਆ ਜਾਏ, ਅੱਜ ਦੀ ਵੀ ਨਾ ਲੱਗੇ ਵੀ ਉਦੋਂ ਦੀ, ਨਾਲ ਮੈਸੇਜ ਵੀ ਚਲਾ ਜਾਏ, ਸਮਝ ਵੀ ਆ ਜਾਏ। ਸੋ ਇਹੋ ਜਿਹਾ ਜਿਹੜਾ ਟ੍ਰੈਂਡ ਹੈਗਾ ਜੀ ਬਲਦੇਵ ਜੀ, ਕੀ ਜਿਸ ਤਰ੍ਹਾਂ ਹੁਣ ਬਵੇਜਾ ਜੀ ਨੇ ਸ਼ੁਰੂਆਤ ਕੀਤੀ ਹੈਗੀ ਇਸ ਪਾਸੇ ਇੱਕ ਐਨੀਮੇਟਡ ਫਿਲਮ ਤੋਂ ਸ਼ੁਰੂ ਕਰਦੇ ਨੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਦੇ ਉੱਤੇ, ਅਤੇ ਉਸ ਤੋਂ ਬਾਅਦ ਹੋਰ ਵੀ ਕੀ ਇਹ ਟ੍ਰੈਂਡ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਇੱਕ ਤੁਸੀਂ ਟ੍ਰੈਂਡਸ ਦੀ ਗੱਲ ਕਰ ਰਹੇ ਸੀ, ਕਿ ਹੁਣ ਇਹੋ ਜਿਹਾ ਟ੍ਰੈਂਡ ਅਸੀਂ ਸਪਿਰਿਚੁਅਲਿਟੀ ਵਾਲੇ ਪਾਸੇ ਜਾਂ ਇਹ ਧਾਰਮਿਕ ਫਿਲਮਾਂ ਦਾ, ਕੀ ਇਹ ਅੱਗੇ ਦੌਰ ਨਜ਼ਰ ਆ ਸਕਦਾ ਹੈ? ਬਿਲਕੁਲ ਹੈਗਾ। ਮੈਂ ਤਾਂ ਜੋ ਜਿਵੇਂ ਦੇਖਦਾ, I'll tell you the turning point of this. The success of this film will give you a boom of films on Sikhism. They will all wait for this reaction, and once this goes through, you will see a boom. And that is what I'm aiming for. That is the, see, somebody has to be the engine. That's right. Kaise unde pehle karni payegi, so the risk is always there. So I mean the risk is in saying that okay, I am going to risk is taking, because it takes your time. It takes about ਮੈਨੂੰ 3.5 ਸਾਲ ਹੋ ਗਏ ਜੀ ਇਹ ਫਿਲਮ ਦੀ ਕੋਸ਼ਿਸ਼ ਕਰਦੇ ਆ ਕਿ ਇਹਨੂੰ ਇਸ ਤੱਕ ਪਹੁੰਚਾਉਣ ਤੱਕ ਮੈਨੂੰ 3.5 ਸਾਲ ਹੋ ਗਿਆ ਜੀ, ਸਾਲ ਹੋਰ ਲੱਗੂਗਾ। So spending 4.5 years of your life on one project, trying to push it to the and bring it to the audience is the engine I'm talking about. ਕਿਸੇ ਨੇ ਤਾਂ ਹਿੰਮਤ ਕਰਨੀ ਹੈ, ਫਿਰ ਲਾਈ ਲੱਗ ਸ਼ੁਰੂ ਹੁੰਦੀ ਹੈ, then the flow starts. ਹੁਣ ਇੱਕ ਹੋਰ ਗੱਲ ਆਉਂਦੀ ਹੈ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਸ਼ੁਰੂਆਤ ਤੇ ਗੱਲ ਕੀਤੀ ਸੀ ਕਿ ਜਿਹੜੇ ਦਰਸ਼ਕ ਨੇ ਉਹਨਾਂ ਤੇ ਡਿਪੈਂਡ ਕਰਦਾ ਹੈ ਕਿਹੜੀ ਚੀਜ਼ ਨੂੰ ਐਕਸੈਪਟ ਕਰ ਰਹੇ ਨੇ। ਜਿੱਥੇ ਐਂਟਰਟੇਨਮੈਂਟ ਦੀ ਗੱਲ ਆਈ, ਪਰ ਨਾਲ ਆਰਟ ਫਿਲਮਾਂ ਵੀ ਕਈ ਬਹੁਤ ਵਧੀਆ ਹੁੰਦੀਆਂ ਪਰ ਨਹੀਂ ਚੱਲ ਸਕਦੀਆਂ। ਇਸੇ ਤਰੀਕੇ ਨਾਲ ਹੁਣ ਧਰਮ ਨੂੰ ਜਾਂ ਸਪਿਰਿਚੁਅਲਿਟੀ ਨੂੰ ਲੈ ਕੇ ਜਦੋਂ ਫਿਲਮਾਂ ਬਣਦੀਆਂ ਨੇ, ਤੁਹਾਨੂੰ ਤੇ ਇਹੀ ਹੁੰਦਾ ਕਿ ਅਸੀਂ ਤੇ ਕੁਝ ਲੈ ਕੇ ਆ ਰਹੇ ਹਾਂ, ਜੇਕਰ ਦਰਸ਼ਕ ਉਸ ਨੂੰ ਐਕਸੈਪਟ ਕਰਨਗੇ ਤਦ ਹੀ ਤੁਹਾਨੂੰ ਅੱਗੇ ਫਰਦਰ ਕੌਨਫੀਡੈਂਸ ਬਣੇਗਾ ਤੇ ਕਰੋਗੇ। ਹੁਣ ਜੋ ਪਿਛੋਕੜ 'ਚ ਅਸੀਂ ਦੇਖਦੇ ਹੈਗੇ ਆ, ਕਿਉਂਕਿ ਦਰਸ਼ਕ ਜਿਹੜੇ ਹੈਗੇ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਫਾਸਟ ਪੇਸ ਲਾਈਫ 'ਚ ਹੁਣ ਸਮਾਂ ਬਦਲ ਰਿਹਾ ਤੇ ਹਰ ਚੀਜ਼ ਇਨਸਟੈਂਟ ਚਾਹੁੰਦੇ ਹੈਗੇ ਨੇ। ਸੋ ਇਹੋ ਜਿਹੇ ਰਿਸਕ ਲੈਣੇ ਤੁਸੀਂ ਕਿੰਨੇ ਕੁ, ਕਿਹੜੀ ਚੀਜ਼ ਤੁਹਾਨੂੰ ਮੋਟੀਵੇਟ ਕਰਦੀ ਹੈ ਕਿ ਨਹੀਂ ਇਹੋ ਜਿਹੇ ਵੀ ਰਿਸਕ ਲੈ ਕੇ ਅੱਗੇ ਆਈਏ? See, ਅਗਰ ਤੁਸੀਂ ਹੁਣ ਮੈਂ ਚਾਰ ਸਾਹਿਬਜ਼ਾਦੇ ਦੀ ਫਿਲਮ ਬਣਾ ਰਿਹਾ, if you read the history of those the life history of the four sons of Guru Sahib, ਤੁਸੀਂ ਦੇਖੋਗੇ ਕਿ there is so much of drama and action and the turning points of the whole story are so many ਕਿ literally ਜੋ ਅਸੀਂ ਹੁਣ ਗੱਲ ਕਰ ਰਹੇ ਹਾਂ, in 100 minutes you will not blink an eye because there is so much of drama happening. Right. Correct? Now, if quality ਇਹਦੇ 'ਚ ਵੀ ਆਏਗੀ। So point is that if the story which I'm depicting is entertaining, then that's because finally the crux is ki I have to give entertainment yet give you history. So I have to stick to ਮੈਨੂੰ ਹਿਸਟਰੀ ਵੀ ਦੱਸਣੀ ਹੈ, ਉਹਦੇ ਪੈਰੀਫਰੀ 'ਚ ਹੀ ਰਹਿਣਾ ਹੈਗਾ, ਔਰ ਆਪ ਨੂੰ ਐਂਟਰਟੇਨ ਵੀ ਕਰਨਾ ਹੈ। ਸੋ ਐਂਟਰਟੇਨਮੈਂਟ ਓਨਲੀ ਡਜ਼ਨਟ ਮੀਨ cracking a joke and making you laugh, but entertain also at the same time means to hold your interest and make you enjoy what you're watching. So that drama is inherent in this script. So even the other script जो मैं ਤੁਹਾਨੂੰ ਕਹੀ Golden Temple, ਉਹਦੇ ਮੈਂ ਕਹਿੰਦਾ hair raising story, you will be cringing when you will see this film ਕਿ ਯਾਰ ਇਹ ਹੋਇਆ ਸੀ ਸਾਡੀ ਕੌਮ ਨਾਲ।
ਸੋ ਇਹਨਾਂ ਇਤਿਹਾਸ ਜਿਹੜਾ ਦੱਬਿਆ ਪਿਆ ਪਰ Correct, ਅਸੀਂ ਬਾਹਰ ਨਹੀਂ correct. ਕੱਢ So until there is no drama, Right. as you said, कि film चलती है, है ना? So it's the drama which, if inherently there is a drama in a story that I'm telling, Right. well, you have a winner on hand as long as you can now put it on screen properly. ਬਿਲਕੁਲ, ਜਿਸ ਤਰ੍ਹਾਂ ਹੁਣ ਇੱਕ ਹੋਰ ਆਉਂਦੀ ਗੱਲ ਕਿ ਵੈਰਾਸਟੀ, ਕਿਉਂਕਿ ਇਹ ਜਦੋਂ ਅਸੀਂ ਕਿਸੇ ਵੀ ਧਰਮ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੀਆਂ ਹੈਗੀਆਂ, ਤੇ ਖਾਸ ਤੌਰ ਤੇ ਸਿੱਖੀਜ਼ਮ ਦੀ ਜਦ ਗੱਲ ਕਰਦੇ ਹਾਂ ਜੀ, ਜੀ। ਕਿ ਅਸੀਂ ਗੁਰੂਆਂ ਨੂੰ ਡਿਪਿਕਟ ਨਹੀਂ ਕਰਦੇ ਇਨ ਇਮੇजेस, ਫੋਟੋਗ੍ਰਾਫਸ, ਜੀ, ਤੇ ਜਦੋਂ ਇਹੋ ਜਿਹੀਆਂ ਫਿਲਮਾਂ ਬਣਾਉਣੀਆਂ ਜਿਹਦੇ 'ਚ ਕਿ ਇਤਿਹਾਸ ਨੂੰ ਲਿਆਉਣਾ ਹੈ ਤੇ ਨਾਲ ਗੁਰੂਆਂ ਦੇ ਜੀਵਨ ਸੰਬੰਧੀ ਕੋਈ ਗੱਲਬਾਤ ਕਰਨੀ ਹੈ, ਜੀ। ਤਾਂ ਉਹ ਕਿੰਨਾ ਕੋਈ ਇੱਕ ਚੈਲੰਜ ਹੁੰਦਾ ਤੇ ਉਹਨੂੰ ਕਿਵੇਂ ਤੁਸੀਂ ਸਰਮਾਊਂਟ ਕਰਦੇ ਹੋ? See, sir, I think there are books written by the Dharam Prachar Committee about, say, मैं Golden Temple ਦੀ ਗੱਲ ਕਰ ਰਿਹਾ, ਜੀ। about ਹਰਮੰਦਰ ਸਾਹਿਬ। ਜੀ। ਉੱਥੇ ਪੂਰੀ ਹਿਸਟਰੀ ਪਈ ਹੈ। ਠੀਕ। ਠੀਕ ਹੈ ਜੀ। Now, if I have to depict whatever part of history, ਹੁਣ ਬਾਕੀ ਬੜੇ ਲੇਖਕਾਂ ਨੇ ਹੋਰ ਕਹਾਣੀਆਂ ਲਿਖੀਆਂ ਨੇ, ਹੋਰ ਮਤਲਬ ਕਿ ਕਿਸੇ ਲਿਖੇ ਨੇ regarding this. So what we need to do then is what I have done in my research is found out what everybody has written. Right. Pile it up, go back, put up a meeting ਵੀ ਧਰਮ ਪ੍ਰਚਾਰ ਕਮੇਟੀ ਮੀਟਿੰਗ ਰੱਖੀ, ਬਈ ਮੈਨੂੰ ਆਪ ਪਤਾ ਲੱਗਿਆ ਆ ਇਦਾਂ ਹੋਇਆ ਸੀ, ਇਦਾਂ ਹੋਇਆ ਸੀ। Now you tell me where it is correct now. The historians are sitting there with all references. Right. They'll take out and say ਆ ਇਦਾਂ ਨਹੀਂ, ਇਹ ਇਦਾਂ ਹੋਇਆ ਸੀ, ਇਦਾਂ ਹੋਇਆ ਸੀ। So you make that correction. And if you have any guidance, ਜਿਹੜੀ ਉਹਨਾਂ ਦੀ ਕਿਤਾਬ ਛਪੀ ਹੈ ਉਹਨੂੰ ਪੜ੍ਹ ਲਓ, ਉਹਦੇ ਤੁਹਾਨੂੰ ਜਵਾਬ ਮਿਲ ਜਾਣਾ। ਠੀਕ। And ਉਹ ਸਾਰੇ ਜਿਹੜੇ ਰੈਗੂਲੇਸ਼ਨਸ ਨੂੰ ਪੜ੍ਹ ਕੇ ਤੁਸੀਂ ਉਸ ਨੂੰ ਹਿਸਟਰੀ ਨੂੰ ਵੈਰੀਫਾਈ ਕਰਕੇ correct, and then you go ਅਪਰੂਵ ਕਰਾ ਕੇ ਲੈ ਹਾਂ ਬਈ, ਹਾਂ ਵੀ am I correct? Yes, you're right. Right. Go ahead. And then go ahead. ਜਿੱਦਾਂ ਹੁਣ ਮੈਂ ਇਹ ਆਪਣੀ ਜਿਹੜੀ ਸਾਹਿਬਜ਼ਾਦੇ ਫਿਲਮ ਬਣਾ ਰਹੀ ਉਹਦੇ ਵਿੱਚ ਗੁਰੂ ਸਾਹਿਬ ਦੀ ਜੰਗ ਇੱਕ ਪਾਂਦੇ ਖਾਨ ਨਾਲ ਹੋਈ ਸੀ। ਜੀ। ਠੀਕ ਹੈ ਜੀ। ਜਦੋਂ ਮੈਂ ਪਾਂਦੇ ਖਾਨ ਕਿਹਾ ਤੇ ਉਹ ਕਹਿੰਦੇ ਜੀ ਵਨ ਹਿਸਟੋਰੀਅਨ ਸੈਡ ਨਹੀਂ ਜੀ ਪਾਂਦੇ ਖਾਨ ਸਾਹਿਬ ਤਾਂ ਗੁਰੂ ਹਰਗੋਬਿੰਦ ਦੇ ਟਾਈਮ ਤੇ ਸੀਗੇ ਤੇ ਇਹ ਤੁਸੀਂ ਕਿੱਥੋਂ ਪਾਂਦੇ ਸਾਹਿਬ ਲੱਭ ਲਏ? ਜੀ। ਮੈਂ ਕਿਹਾ ਜੀ ਰੁਕੋ ਜੀ ਇੱਕ ਮਿੰਟ, ਮੈਂ ਜੀ ਆਹ ਕਿਤਾਬ ਕੱਢੀ, ਉਹ ਪੇ ਪੰਨਾ ਕੱਢਿਆ, ਮੈਂ ਕਿਹਾ ਤੁਹਾਡੀ ਕਿਤਾਬ ਲਿਖਿਆ, ਹੁਣ ਦੱਸੋ ਮੈਨੂੰ ਮੈਂ ਕੀ ਕਰਾਂ? ਕਹਿੰਦੇ ਅੱਛਾ ਹਾਂ ਇਹ ਸੀਗਾ ਜੰਗ ਹੋਈ ਸੀ, ਇਹ ਤਾਂ ਕਮਾਂਡਰ ਸੀਗਾ ਉਹਦਾ ਮੁਗਲਾਂ ਦਾ ਸੀਗਾ। ਮੈਂ ਕਿਹਾ ਜੀ ਕਰਦੀ ਉਹਦੀ ਗੱਲ ਹੀ ਕਰ। ਬਹੁਤ ਸੋ ਰਿਸਰਚ ਨਾਲ ਚੰਗੇ ਤਰੀਕੇ ਨਾਲ ਜਦੋਂ ਜਾਓਗੇ ਤਾਂ ਜਿਹੜੇ ਕੋਈ ਇਫਸ ਐਂਡ ਬਟਸ ਨਹੀਂ ਹੋਣਗੇ ਤੇ ਲੋਕ ਵੀ ਐਕਸੈਪਟ ਕਰਨਗੇ। ਅਖੀਰ ਵਿੱਚ ਬਲਦੇਵ ਜੀ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ, ਖਾਸ ਤੌਰ ਤੇ NRI ਜਿਹੜੇ ਪੰਜਾਬੀ ਫਿਲਮਾਂ ਨਾਲ ਜੁੜੇ ਹੋਏ ਨੇ ਉਹਨਾਂ ਵਾਸਤੇ ਕੋਈ ਮੈਸੇਜ? ਵੈਸੇ ਇਹੀ ਹੈ ਕਿ NRI ਹੀ ਤਾਂ ਇਨਕਰੇਜ ਕਰ ਰਹੇ ਫਿਲਮਾਂ ਬਣਾਉਣ ਵਾਸਤੇ, ਉਹ ਤਾਂ ਮੈਸੇਜ ਨੂੰ ਸਾਨੂੰ ਦੇਣਗੇ। ਬਹੁਤ ਖੂਬ ਜੀ, ਤੁਹਾਡਾ ਦੋਨਾਂ ਦਾ ਇੱਥੇ ਆ ਕੇ ਸਾਡੇ ਨਾਲ ਸਾਂਝ ਪਾਉਣ ਲਈ ਬਹੁਤ ਬਹੁਤ ਧੰਨਵਾਦ। ਬੈਸਟ ਵਿਸ਼ੇਸ ਕਿ ਤੁਸੀਂ ਜਿਹੜੇ ਨਵੇਂ ਟ੍ਰੈਂਡਸ ਦੀ ਗੱਲ ਕਰ ਰਹੇ ਹੋ ਉਹ ਹੁਣ ਇਮਰਜ ਹੋ ਰਹੇ ਨੇ। ਧੰਨਵਾਦ ਐਂਡ ਬੈਸਟ ਵਿਸ਼ੇਸ। ਥੈਂਕ ਯੂ। ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ ਜਾਂ ਸਪਿਰਿਚੁਅਲਿਟੀ ਦੀ ਗੱਲ ਕਰਦੇ ਹਾਂ ਤਾਂ ਗੱਲਾਂ ਤੱਕ ਤਾਂ ਉਹ ਬਹੁਤ ਵਧੀਆ ਲੱਗਦੀ ਹੈ, ਪਰ ਜਦੋਂ ਉਸ ਨੂੰ ਇੱਕ ਪਰਦੇ ਦੇ ਉੱਤੇ ਲਿਆ ਕੇ ਲੋਕਾਂ ਤੱਕ ਸਕਰੀਨ ਤੇ ਲਿਆ ਕੇ ਗੱਲਾਂ ਦਿਖਾਈਆਂ ਜਾਂਦੀਆਂ ਨੇ, ਕਿੰਨੀ ਕੋਈ ਐਕਸੈਪਟੈਂਸ ਹੁੰਦੀ ਹੈ। ਅੱਜ ਘਰਾਂ 'ਚ ਅਸੀਂ ਇਹ ਤਾਂ ਜ਼ਰੂਰ ਕਹਿੰਦੇ ਹਾਂ ਕਿ ਲੱਚਰਪੁਣਾ ਬੰਦ ਹੋਣਾ ਚਾਹੀਦਾ ਹੈ, ਪਰ ਅਸੀਂ ਕੀ ਕਰ ਰਹੇ ਹਾਂ ਉਸ ਨੂੰ ਰੋਕਣ ਵਾਸਤੇ? ਤੇ ਖਾਸ ਤੌਰ ਤੇ ਹੁਣ ਜਦੋਂ ਇੱਕ ਨਵੇਂ ਟ੍ਰੈਂਡ ਦੇ ਰਾਹੀਂ ਕੁਝ ਧਾਰਮਿਕ ਫਿਲਮ, ਐਨੀਮੇਟਡ ਫਿਲਮਸ ਜਾਂ ਹੋਰ ਫਿਲਮਸ ਅੱਗੇ ਆ ਰਹੀਆਂ ਨੇ, ਕਿੰਨਾ ਕੁ ਅਸੀਂ ਸਪੋਰਟ ਕਰਾਂਗੇ? ਇਸ ਬਾਰੇ ਜ਼ਰੂਰ ਸੋਚੀਏ। ਪ੍ਰੋਗਰਾਮ ਦੀ ਕਰਦੇ ਹਾਂ ਇੱਥੇ ਹੀ ਸਮਾਪਤੀ। ਫੀਡਬੈਕ ਲਈ 600